ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਦੇ ਹਾਂ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਬੀਤੀ ਰਾਤ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ 6 ਫਰਵਰੀ ਨੂੰ ਕਿਸਾਨ ਆਗੂ ਅਤੇ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਇਸ ਦਾ ਸਮਾਂ 3 ਘੰਟੇ ਦਾ ਰੱਖਿਆ ਗਿਆ ਹੈ। ਕਿਸਾਨ ਆਗੂਆਂ ਨੇ ਹੋਰ ਖਾਸ ਫੈਸਲੇ ਲਏ ਨੇ। ਉਹਨਾਂ ਫੈਸਲਿਆਂ ਦੇ ਵਿੱਚ ਲਾਪਤਾ ਹੋਏ ਨੌਜਵਾਨਾਂ ਨੂੰ ਲੈ ਕੇ ਵੀ ਕਿਸਾਨਾਂ ਨੇ ਖਾਸ ਐਲਾਨ ਕੀਤਾ। ਕੀ ਕੁਝ ਇਸ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਸਾਨਾਂ ਨੇ ਕਿਹਾ, ਉਹ ਸੁਣਦੇ ਹਾਂ। ਨਹੀਂ ਦੇਖੋ, ਇੱਕ ਤਾਂ ਹੈ ਕਿ ਬੇਸ਼ੱਕ ਉਹਨਾਂ ਦੇ ਇੱਕ ਡਿਫਰੈਂਟ ਆਰਗੇਨਾਈਜੇਸ਼ਨ ਹੈ। ਇੱਥੇ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਆਈਆਂ ਇੱਥੇ ਇਕੱਠੇ ਹੁੰਦੇ ਸੀ ਮੀਟਿੰਗ ਵਾਸਤੇ, ਲੇਕਿਨ ਸੰਯੁਕਤ ਕਿਸਾਨ ਮੋਰਚਾ ਜੋ 7 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ ਦੇ ਵਿੱਚ ਬਣਿਆ ਸੀ, ਉਹਦੇ ਪਾਰਟ ਐਂਡ ਪਾਰਸਲ ਨਹੀਂ ਹੈਗੇ ਸੀ ਉਹ, ਲੇਕਿਨ ਕਿਉਂਕਿ ਸੰਘਰਸ਼ ਇਕੱਠੇ ਉਹ ਲੇਟ ਆਏ ਨੇ, ਲੇਟ ਮੀਟਿੰਗਾਂ 'ਚ ਬੈਠਣ ਲੱਗੇ ਸੀ। 26 ਤਰੀਕ ਨੂੰ ਕੁਝ ਸਮੱਸਿਆਵਾਂ ਆਈਆਂ। ਸਮੱਸਿਆਵਾਂ ਤੋਂ ਬਾਅਦ 26 ਤਰੀਕ ਤੋਂ ਬਾਅਦ ਸਾਡਾ ਅੰਦੋਲਨ ਤੇ ਬਹੁਤ ਤੁਹਾਨੂੰ ਪਤਾ ਹੀ ਹੈ ਕਿਸ ਕਿਸਮ ਦੇ ਅਸਰ ਹੋਏ ਨੇ, ਲੇਕਿਨ ਸਾਡਾ ਇਹ ਤੈਅ ਹੈ, ਬਲਕਿ ਮੀਟਿੰਗ ਦੇ ਵਿੱਚ ਡਿਕਲੇਅਰਡ ਹੈ ਕਿ ਉਹਨਾਂ ਦੇ ਜਿਹੜੇ ਉੱਥੇ ਰੈਲੀ 'ਚ ਜਿਹੜੇ ਬੈਠੇ ਲੋਕ ਨੇ, ਸਾਡੇ ਪੰਜਾਬੀ ਨੇ, ਕਿਸਾਨ ਨੇ, ਮਾਵਾਂ ਭੈਣਾਂ ਨੇ ਸਾਡੀਆਂ, ਉਹ ਸਾਡੇ ਹੀ ਲੋਕ ਨੇ। ਅਸੀਂ ਅਗਰ ਸਰਕਾਰ ਦਾ ਜੋ ਉੱਧਰੋਂ ਕਰ ਰਹੀ ਹੈ, RSS BJP ਦੇ ਗੁੰਡੇ ਕਰਦੇ ਨੇ ਜਾਂ ਰਾਤ ਪੁਲਿਸ ਮਿਲ ਕੇ ਕਰਦੀ ਹੈ, ਉਹਦਾ ਸਖਤ ਵਿਰੋਧ ਕਰਦੇ ਆ ਤੇ ਉਸ ਵਿਰੋਧ ਦੇ ਵਿੱਚ ਅਸੀਂ ਇਕਜੁੱਟ ਹਾਂ। ਦੇਖੋ, ਇੱਕ ਤੁਸੀਂ ਥੋੜੀ ਜਿਹੀ ਸਾਡੀ ਸਿਚੁਏਸ਼ਨ ਨੂੰ ਸਮਝੋ। ਅਸੀਂ ਇੱਕ ਅੰਦੋਲਨ ਚਲਾ ਰਹੇ ਹਾਂ, ਪਿੰਡਾਂ 'ਚੋਂ ਲੋਕਾਂ ਨੂੰ ਬੁਲਾ ਰਹੇ ਹਾਂ, ਇਸ ਅੰਦੋਲਨ ਨੂੰ ਸਾਂਭ ਰਹੇ ਹਾਂ। ਇੱਥੇ ਜੋ ਲੋਕਾਂ ਦੇ ਨਾਲ ਬੀਤ ਰਿਹਾ ਉਹਨੂੰ ਸਾਰਿਆਂ ਨੂੰ ਸਹਿ ਰਹੇ ਹਾਂ, ਸਮਝ ਰਹੇ ਹਾਂ, ਉਹਦਾ ਮੁਕਾਬਲਾ ਕਰ ਰਹੇ ਹਾਂ। ਹੁਣ ਜੇ ਪ੍ਰੈਸ ਕਾਨਫਰੰਸ ਦਰਸ਼ਨਪਾਲ ਬੈਠਾ, ਸਾਡੀ ਲੀਗਲ ਟੀਮ ਕੋਲ ਇੱਕ ਡਿਟੇਲ ਦਾ, ਸਾਰਾ ਕੁਝ ਮੈਂ ਨਹੀਂ ਨਾ ਦੇ ਸਕਦਾ। ਸੋ ਇਹਦੇ 'ਚ ਜਨਰਲ ਜਿਹੜੀ ਸਿਚੁਏਸ਼ਨ ਹੈ ਇਸ ਅੰਦੋਲਨ ਦੀ, ਅਗਲੇ ਫੈਸਲੇ ਨੇ ਕੋਈ ਉਹ ਦੇ ਸਕਦਾ, ਕੋਈ ਲੀਗਲ ਟੀਮ ਦੇ ਸਾਡੇ ਸਾਥੀਆਂ ਤੋਂ ਸਪੈਸ਼ਲ ਫੋਨ ਨੰਬਰ ਲੈ ਕੇ ਉਹਦੀ ਜਾਣਕਾਰੀ ਲੈ ਸਕਦੇ ਹੋ। ਮਤਲਬ ਸਾਡੀ ਜਿਹੜੀ ਸਿਚੁਏਸ਼ਨ ਹੈ, ਅਸੀਂ ਬੜੇ ਉਹਦੇ 'ਚ ਇਕੱਠੇ ਹੈ, ਇੱਕਜੁੱਟ ਹੈ ਲੋਕ। ਅੱਜ ਮੈਨੂੰ ਪਤਾ ਲੱਗਿਆ ਕਿੰਨੀਆਂ, ਮਤਲਬ ਕਿ ਬਹੁਤ ਵੱਡੀ ਗਿਣਤੀ 'ਚ ਪੰਜਾਬ, ਹਰਿਆਣਾ, UP ਤੋਂ ਆ ਰਹੇ ਨੇ। ਹੌਸਲੇ ਸਾਡੇ ਬੁਲੰਦ ਨੇ, ਪਰ ਇਹ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਨ ਲਈ ਆਖਰਕਾਰ ਸਾਡੀ ਟੀਮ ਵੀ 2-2.5 ਮਹੀਨਿਆਂ ਤੋਂ ਅਸੀਂ ਲੱਗੇ ਹੋਏ ਹਾਂ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਤੁਹਾਡੀਆਂ ਜੋ ਸਾਡੇ ਕੋਲੋਂ ਜਾਣਕਾਰੀਆਂ ਲੈਣੀਆਂ ਵੀ ਸੱਚੀ ਗੱਲ ਹੈ, ਲੇਕਿਨ ਸਾਡੀ ਸਿਚੁਏਸ਼ਨ ਦੇ ਵਿੱਚ ਕਿਸਾਨ ਆਗੂ ਬੀਤੇ ਦਿਨੀ ਪੇਸ਼ ਹੋਏ ਬਜਟ ਦੇ ਬਾਰੇ ਕੀ ਸੋਚਦੇ ਨੇ, ਕਿਉਂਕਿ ਲਗਾਤਾਰ ਜਦੋਂ ਇਹ ਬਜਟ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਬਜਟ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਹੋਣ, ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੋਣ, ਸਭ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਇਸ ਦੇ ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ। ਪਰ ਇਸ ਦੇ ਬਾਰੇ ਕਿਸਾਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕੀ ਸੋਚਦੇ ਨੇ, ਇਸ ਦੇ ਉੱਤੇ ਯੋਗਿੰਦਰ ਯਾਦਵ ਹੋਣਾ ਨੇ ਬਿਆਨ ਦਿੱਤਾ। ਯੋਗਿੰਦਰ ਯਾਦਵ ਨੇ ਦੱਸਿਆ ਕਿ ਆਖਰਕਾਰ ਕਿਸਾਨਾਂ ਦਾ ਕੀ ਭਲਾ ਹੋਣਾ ਇਸ ਬਜਟ ਦੇ ਨਾਲ ਤੇ ਕਿਸਾਨਾਂ ਦਾ ਕੀ ਨੁਕਸਾਨ ਹੋਣਾ ਹੈ। योगेंद्र यादव तो सुनो बजट के बारे किसान नेता की सोचते ने। देश भर में किसान की चर्चा है और किसान दिल्ली के चारों तरफ मोर्चा लगा के इस ऐतिहासिक आंदोलन में बैठे हैं। ऐसे में उम्मीद थी कि वित्त मंत्री जब बजट पेश करेंगी तो किसान का विशेष ध्यान रखेंगी, लेकिन अफसोस कि ध्यान रखने की बजाय उन्होंने किसान पर एलोकेशन घटा दिया है। डायलॉग अच्छे दिए, प्रधानमंत्री ने भी कह दिया कि किसान को इससे इनकम दोगुनी हो जाएगी, लेकिन सच्चाई पता है क्या हुआ है? सच ये है कि किसान का एग्रीकल्चर एंड एलाइड एक्टिविटीज़ के लिए भारत सरकार का बजट जो पिछले साल 1,54,000 करोड़ था, वो घटा के 1,48,000 करोड़ कर दिया गया है। सरकारी बजट का कुल 5.1% से घटा के 4.3% कर दिया गया है। PM किसान जो सबसे बड़ी योजना थी, उसको 75,000 से घटा के 65,000 करोड़ कर दिया गया है, जबकि उसका अमाउंट बढ़ना चाहिए था। सरकार की तरफ से किसान को फसल का दाम दिलवाने के लिए जो MIS स्कीम है, उसका बजट 2,000 करोड़ से घटा के 1,500 करोड़ रुपए कर दिया गया है। PM आशा लगभग ख़त्म हो गई है, अब उसके लिए केवल 400 करोड़ रुपए अलॉट किया गया है। और जिस एग्री इंफ्रास्ट्रक्चर फंड की बात बड़े जोर शोर से की जा रही है, 1,00,000 करोड़ रुपया, उसके लिए सरकार ने केवल 900 करोड़ रुपए अपने बजट में रखे हैं। हाथी के दांत खाने के और दिखाने के और। ये जो मनरेगा स्कीम है,
जिसमें इस बार पहली बार सरकार को वास्तव में पैसा खर्च करना पड़ा। इस साल खर्च हुआ 1,15,000 करोड़ रुपया। अगले साल के लिए उसे घटा के 73,000 करोड़ रुपया कर दिया गया है। बात किसान की, लेकिन काम बड़े लोगों का, काम सूट बूट वालों का, काम उद्योगपतियों का। ये बजट किसान के साथ धोखा है। किसान और किसान आंदोलन इस धोखे को जनता के साथ कोने कोने तक पहुंचाएंगे। उधर ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਦੇ ਵਿੱਚ ਸਰਬ ਪਾਰਟੀ ਬੈਠਕ ਸੱਦੀ ਗਈ ਹੈ, ਜਿਸ ਬੈਠਕ ਦੇ ਉੱਤੇ ਵੱਖ-ਵੱਖ ਸਿਆਸੀ ਪ੍ਰਤੀਕਰਮ ਵੀ ਨੇ ਤੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਇਸ ਬੈਠਕ ਦੇ ਵਿੱਚ ਪਹੁੰਚਣ ਦਾ ਸੱਦਾ ਵੀ ਹੈ। ਇਸ ਬੈਠਕ ਦੇ ਵਿੱਚ ਖਾਸ ਤੌਰ ਤੇ ਉੱਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਵਿਚਾਰ ਚਰਚਾ ਹੋਣੀ ਹੈ ਕਿ ਆਖਰਕਾਰ ਪੰਜਾਬ ਦੇ ਵਿੱਚ ਸਿਆਸੀ ਤਰ੍ਹਾਂ ਕਿਸ ਤਰ੍ਹਾਂ ਮਿਲ ਕੇ ਕਿਸਾਨਾਂ ਦੇ ਅੰਦੋਲਨ ਨੂੰ ਤੇਜ਼ ਕਰ ਸਕਦੀਆਂ ਨੇ ਤੇ ਕਿਸਾਨਾਂ ਦਾ ਸਾਥ ਦੇ ਸਕਦੀਆਂ ਨੇ। ਇਸ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਰਬ ਪਾਰਟੀ ਬੈਠਕ ਸੱਦੀ ਹੈ। ਇਸ ਦੇ ਉੱਤੇ ਅਕਾਲੀ ਦਲ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਟਿੱਪਣੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਸਰਬ ਪਾਰਟੀ ਮੀਟਿੰਗ ਵਿੱਚ ਜਾਣ ਦਾ ਜਾਂ ਨਾ ਜਾਣ ਦਾ ਫੈਸਲਾ ਸਾਡੀ ਕੋਰ ਕਮੇਟੀ ਮੀਟਿੰਗ ਕਰਕੇ ਕਰਾਂਗੇ। ਪਰੰਤੂ ਇੱਕ ਗੱਲ ਜ਼ਰੂਰ ਆ, ਅਸੀਂ ਸਰਬ ਪਾਰਟੀ ਮੀਟਿੰਗ ਦੇ ਵਿੱਚ ਜਿਹੜੀ ਇੱਕ ਅਹਿਮ ਸਵਾਲ ਜਿਹੜਾ ਹੈ ਕਿ ਪਿੱਛੇ ਸਰਬ ਪਾਰਟੀ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਕਿ ਪ੍ਰਧਾਨ ਮੰਤਰੀ ਜੀ ਨੂੰ ਮਿਲਿਆ ਜਾਵੇ ਖੇਤੀ ਸੰਬੰਧੀ ਬਣਾਏ ਕਾਨੂੰਨ ਰੱਦ ਕਰਾਉਣ ਲਈ। ਮੁੱਖ ਮੰਤਰੀ ਸਾਹਿਬ ਨੂੰ ਵਫਦ ਦੀ ਅਗਵਾਈ ਕਰਨ ਲਈ ਤੇ ਪ੍ਰਧਾਨ ਮੰਤਰੀ ਜੀ ਤੋਂ ਸਮਾਂ ਲੈਣ ਲਈ ਕਿਹਾ ਗਿਆ ਸੀ, ਪਰ ਨਾ ਸਮੇਂ ਦਾ ਪਤਾ ਲੱਗਿਆ, ਨਾ ਸਮਾਂ ਮਿਲਿਆ। ਕਿਉਂ ਨਹੀਂ ਮਿਲਿਆ, ਕਾਰਨ ਕੀ ਹੋਇਆ, ਨਾ ਕਿਸੇ ਨੂੰ ਦੱਸਿਆ ਗਿਆ। ਇਹ ਜਵਾਬ ਜ਼ਰੂਰ ਮਾਨਯੋਗ ਮੁੱਖ ਮੰਤਰੀ ਜੀ ਤੋਂ ਲਿਆ ਜਾਏਗਾ। ਅੱਜ ਜ਼ਰੂਰਤ ਹੈ ਦੇਸ਼ ਦੇ ਅੰਦਰ ਜਿਸ ਤਰ੍ਹਾਂ 26 ਤਰੀਕ ਦੀਆਂ ਮੰਦਭਾਗੀ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦੀ ਨਿੰਦਾ ਕਿਸਾਨ ਜਥੇਬੰਦੀਆਂ ਨੇ ਵੀ ਕੀਤੀ, ਦੇਸ਼ ਨੇ ਕੀਤੀ, ਪਰ ਇਹਨਾਂ ਦੇ ਇਹ ਕਿਉਂ ਵਾਪਰੀਆਂ, ਕਾਰਨ ਕੀ ਸੀ, ਕਿਵੇਂ, ਇਹਦੀ ਡੂੰਘੀ ਸਮੀਖਿਆ ਕਰਨ ਦੀ ਲੋੜ ਆ। ਇਹਦੀ ਨਿਰਪੱਖ ਜਾਂਚ ਕਰਾਉਣ ਦੀ ਲੋੜ ਆ। ਕੇਂਦਰ ਸਰਕਾਰ ਜਾਂਚ ਕਰਾਵੇ ਜਾਂ ਫਿਰ ਪੰਜਾਬ ਸਰਕਾਰ ਕੋਈ ਪੀਪਲਜ਼ ਕਮਿਸ਼ਨ ਬਣਾ ਕੇ ਇਹਦੀ ਜਾਂਚ ਕਰੇ। ਉਧਰ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਬੀਤੇ ਦਿਨੀ ਵਿੱਤੀ ਸਾਲ 2021 ਅਤੇ 22 ਦਾ ਬਜਟ ਪੇਸ਼ ਕੀਤਾ ਗਿਆ, ਜਿਸ ਬਜਟ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਨੇ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀਆਂ ਦੇ ਨਿਸ਼ਾਨੇ ਤੇ ਉੱਤੇ ਆਈ ਮੋਦੀ ਸਰਕਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਨੇ ਵੀ ਘੇਰਿਆ। ਪੰਜਾਬ ਦੇ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀਆਂ ਉਮੀਦਾਂ ਇਸ ਬਜਟ ਤੋਂ ਸਨ, ਉਹ ਉਮੀਦਾਂ ਦੇ ਉੱਤੇ ਸਰਕਾਰ ਖਰੀ ਨਹੀਂ ਉਤਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਪੰਜਾਬ ਦੇ ਲਈ ਕੀ ਕੁਝ ਆ, ਉਹਨਾਂ ਨੇ ਵਿਸਥਾਰ ਦੇ ਨਾਲ ਦੱਸਿਆ। ਬੈਂਕਿੰਗ ਜਿਹੜੀ ਹੈ, ਸਾਨੂੰ ਇਹ ਆਸ ਸੀ ਕਿ ਜਿਹੜੀ ਬੈਂਕਿੰਗ ਦੇ ਵਿੱਚ ਕੈਪੀਟਲ ਇਨਫਿਊਜ਼ਨ ਹੋਣੀ ਸੀ, ਉਹ ਤਕਰੀਬਨ 2 ਲੱਖ ਕਰੋੜ ਦੀ ਰਿਕੁਆਇਰਮੈਂਟ ਸੀ, ਪਰ 2 ਲੱਖ ਕਰੋੜ ਦੀ ਬਜਾਏ ਸਿਰਫ 20,000 ਕਰੋੜ ਉਹਨਾਂ ਨੇ ਕੈਪੀਟਲ ਇਨਫਿਊਜ਼ਨ ਬੈਂਕਿੰਗ ਦੇ ਵਿੱਚ ਕੀਤੀ ਹੈ। ਹੈਲਥ ਦੇ ਵਿੱਚ ਜਿਹੜੀ ਮੈਂ ਕੋਵਿਡ ਦੀ ਗੱਲ ਕੀਤੀ, ਆਸ ਸੀਗੀ ਕਿ ਔਰ ਹੈਲਥ ਦੇ ਵਿੱਚ ਜਿਹੜਾ ਟੋਟਲ ਬਜਟ ਹੈ ਪਿਛਲੇ ਸਾਲ ਦੇ ਮੁਕਾਬਲੇ -10% ਚਲਾ ਗਿਆ, ਔਰ डिफेंस ਜਿਹੜਾ ਹੈ ਉਹ ਮਹਿਜ਼ 1% ਵਧਾਇਆ ਹੈ। ਔਰ ਜਿਹੜਾ ਐਗਰੀਕਲਚਰ ਦੇ ਨਾਲ ਜਿਹੜਾ ਜੁੜਦਾ ਹੈ ਉਹ ਰੂਰਲ ਡਿਵੈਲਪਮੈਂਟ ਹੈ। ਪਿਛਲੇ ਸਾਲ ਦੇ ਬਨਿਸਬਤ ਐਤਕੀ ਜਿਹੜਾ ਰੂਰਲ ਡਿਵੈਲਪਮੈਂਟ ਹੈ ਇਹ -34% ਚਲਾ ਗਿਆ। ਔਰ ਮੈਂ ਇਸ ਗੱਲ ਤੋਂ ਹੈਰਾਨ ਹੈ ਕਿ ਬਜਟ ਡਾਕੂਮੈਂਟ ਜਿਹੜਾ ਜਦੋਂ ਅਸੀਂ ਪੜ੍ਹਿਆ, ਉਹਦੇ 'ਚ ਲਿਖਿਆ ਹੈ ਕਿ ਇਸ ਸਾਲ ਜਿਹੜੀ ਸਾਡੀ ਟੈਕਸ ਦੀ ਗਰੋਥ ਆਊਗੀ ਉਹ 22% ਆਊਗੀ। ਹਾਲਾਂਕਿ ਜਦੋਂ ਜਿਹੜਾ ਇਕਨੋਮਿਕ ਸਰਵੇ ਲਿਖਿਆ ਹੈ, ਔਰ ਇਕਨੋਮਿਕ ਸਰਵੇ 'ਚ ਤੁਸੀਂ ਪੜ੍ਹਿਆ ਹੋਣਾ ਕਿ ਉਹ ਕਹਿ ਰਹੇ ਸੀ ਕਿ ਇੰਡੀਆ ਜਿਹੜਾ ਡਬਲ ਡਿਜਿਟ ਗਰੋਥ ਕਰੂਗਾ, 11% ਗਰੋਥ ਕਰੂਗਾ। ਜੇ ਅਸੀਂ ਉਸ ਨੂੰ ਮੰਨ ਵੀ ਲੈਂਦੇ ਹਾਂ 11%, ਹਾਲਾਂਕਿ 11% ਕਈ ਵਾਰੀ ਜਿਨ੍ਹਾਂ ਨੂੰ ਫਾਈਨੈਂਸ ਦੀ ਜ਼ਿਆਦਾ ਦਿਲਚਸਪੀ ਨਹੀਂ ਹੈ, ਤਾਂ 11% ਉਹ ਦਰਅਸਲ ਪਿਛਲੇ ਸਾਲ -8% ਆਪਣਾ GDP ਕੰਟਰੈਕਟ ਕਰ ਗਿਆ ਸੀਗਾ। ਤੇ ਜੇ ਆਪਾਂ ਉਹ ਕੰਟਰੈਕਟ ਤੇ 8% ਤੇ ਜੇ 11 ਹੋਇਆ ਤਾਂ 3% ਹੋਇਆ, ਤਾਂ 2 ਸਾਲਾਂ ਦਾ ਜੇ ਆਪਾਂ ਐਵਰੇਜ ਲਈ ਤਾਂ GDP ਗਰੋਥ would have been only 1.5% ਪਰ ਈਅਰ। ਪਰ ਚਲੋ ਆਪਾਂ ਇਹਨੂੰ ਮੰਨ ਵੀ ਲਈਏ ਕਿ 11% ਗਰੋਥ ਜੇ ਇਸ ਵਾਰੀ ਹੋ ਰਹੀ ਹੈ, ਔਰ ਇਹਦੇ ਨਾਲ ਜੇ ਆਪਾਂ ਇਨਫਲੇਸ਼ਨ ਲਾ ਲਈਏ 11 ਤੇ 4-5% ਇਨਫਲੇਸ਼ਨ 15%, ਜੇ ਇਕੋਨਮੀ ਤੁਹਾਡੀ 15% ਗਰੋ ਕਰ ਰਹੀ ਹੈ ਤਾਂ ਤੁਹਾਡੇ ਟੈਕਸ ਰੈਵਨਿਊਜ਼ 22% ਕਿਵੇਂ ਗਰੋ ਕਰ ਸਕਦੇ? ਤਾਂ ਮੈਨੂੰ ਇਹ ਜਿਹੜੇ ਇਹਨਾਂ ਨੇ ਫਿਗਰ ਦਿੱਤੇ ਹੈ, ਇਹਨਾਂ ਫਿਗਰਸ ਤੇ ਵੀ ਮੈਨੂੰ ਸ਼ੱਕ ਸ਼ੁਬਾ ਹੈਗਾ। ਤੀਸਰਾ, ਜੇ ਤੁਸੀਂ ਇਹ ਵੀ ਪੜ੍ਹਿਆ ਹੋਣਾ ਕਿ
ਔਰ ਤੁਸੀਂ ਜਿਨ੍ਹਾਂ ਨੇ ਬਜਟ ਸੁਣਿਆ ਹੈ ਕਿ ਡੀਜ਼ਲ ਤੇ ਪੈਟਰੋਲ ਦੇ ਜਿਹੜੇ ਰੇਟ ਹੈ ਇਹਨਾਂ 'ਚ ਇਹਨਾਂ ਨੇ ਇੰਫਰਾਸਟ੍ਰਕਚਰ ਸੈਸ ਲਾਤਾ ਹੈ ਜਿਹੜਾ ਕਿ 2 ਰੁਪਏ ਸ਼ਾਇਦ ਪੈਟਰੋਲ ਤੇ ਜਾਂ 2.5 ਰੁਪਏ ਪੈਟਰੋਲ ਤੇ 4 ਰੁਪਏ ਡੀਜ਼ਲ ਤੇ ਲਾਤਾ ਹੈ। ਪਰ ਇਹਨਾਂ ਨੇ ਫਿਰ ਐਕਸਾਈਜ਼ ਡਿਊਟੀ ਜਿਹੜੀ ਹੈ ਉਨੀ ਘਟਾ ਲਈ। ਇਹਦਾ ਮਤਲਬ ਡੀਜ਼ਲ ਪੈਟਰੋਲ ਦੇ ਰੇਟ ਨਹੀਂ ਵਧਣਗੇ, ਰੇਟ ਉਨੇ ਹੀ ਰਹਿਣਗੇ। ਪਰ ਇਹਦੇ 'ਚ ਹੁੰਦਾ ਕੀ ਹੈ ਕਿ ਜਿਹੜੇ ਐਕਸਾਈਜ਼ ਹੁੰਦੀ ਹੈ, ਜਿਵੇਂ ਕਸਟਮਸ ਹੁੰਦੀ ਹੈ, ਜਿਵੇਂ ਇਨਕਮ ਟੈਕਸ ਹੁੰਦਾ ਹੈ, ਤਾਂ ਸੰਵਿਧਾਨ ਦੇ ਵਿੱਚ 41% ਹਿੱਸਾ ਜਿਹੜਾ ਹੈ ਉਹ ਸਟੇਟਾਂ ਦਾ ਹੁੰਦਾ ਹੈ ਤੇ 59% ਜਿਹੜਾ ਹੈ ਉਹ ਸੈਂਟਰ ਦਾ ਹੁੰਦਾ ਹੈ। ਪਰ ਇਹਨਾਂ ਨੇ ਜਦੋਂ ਐਕਸਾਈਜ਼ ਕੱਢ ਕੇ ਤੇ ਇਹਨੂੰ ਸੈਸ ਬਣਾ ਲਿਆ, ਸੈਸ ਜਿਹੜਾ ਹੈ ਉਹ 100% ਜਿਹੜਾ ਹੈ ਉਹ ਫਿਰ ਸੈਂਟਰਲ ਗਵਰਨਮੈਂਟ ਦਾ ਬਣ ਜਾਂਦਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਤੋਂ ਸੰਸਦ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ, ਜਿਸ ਦਰਮਿਆਨ ਉਹਨਾਂ ਦੇ ਵੱਲੋਂ ਸੰਸਦ ਭਵਨ ਦੇ ਬਾਹਰ ਖੜ ਕੇ ਹੀ ਇਸ ਦਾ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਸੀ, ਜਿਸ ਦਰਮਿਆਨ ਉਹਨਾਂ ਦੇ ਨਾਲ ਬੀਬਾ ਹਰਸਿਮਰਤ ਕੌਰ ਬਾਦਲ भी नजर आए ने। कि कुछ उन्होंने इस मौके के उत्ते क्या सुनते हैं। ये डिजिटल बजट हो या पेपर बजट हो, आम जनता को उसका कोई फर्क नहीं पड़ता। फर्क पड़ता है कि क्या बजट में पेश किया जाता है। जो पेश किया जा रहा है वो किसान विरोधी है, गरीब विरोधी है। ये डिजिटल बजट क्या क्या ड्रामा क्या पैदा है। किसान सड़कों पे हैं, सरकार किसान अपनी जान दे रहे हैं, लाखों किसानों ने अपनी जान दे दी और सेंटर सरकार कोई बात ही नहीं कर रही, इंसाफ नहीं दे रही। आज देखो देश के कोने कोने के किसान आए हैं और ये चाहते हैं देश के लोग कि बड़ी पार्लियामेंट में किसान चाहते हैं कि पार्लियामेंट सब कुछ काम छोड़कर सारी पार्टीज को मैं अपील करता हूँ हम एक मंच में हो और ये किसानी की बात करें। ये जो किसान यहाँ बैठे उनको इंसाफ की बात करें। अगर हम इकट्ठे होंगे, बड़ा अफसोस है कि मैंने कई पार्टी जैसे कांग्रेस पार्टी उनसे बात की और वो चुप थे। आज मैं उनको भी फिर से अपील करता हूँ, ये लड़ाई पूरे देश की किसानों की है। उधर पंजाब के सांसद गुरजीत सिंह औजला, जसवीर सिंह डिंपा ਅਤੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕਾਲੇ ਗਾਊਨ ਪਾ ਕੇ ਇਹਨਾਂ ਸਾਰੇ ਹੀ ਬਜਟ ਦਾ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਦੇ ਉੱਤੇ ਕੀ ਕੁਝ ਕਹਿਣਾ ਗੁਰਜੀਤ ਔਜਲਾ ਦਾ ਤੇ ਬਜਟ ਦੇ ਬਾਰੇ ਉਹ ਕੀ ਸੋਚ ਰਹੇ ਨੇ। ਉਸ ਬਜਟ ਜਿਹੜਾ ਵਾ ਉਹ ਆਪਾਂ ਦੇਖਿਆ ਕਿ ਅੱਜ ਫਾਈਨਾਂਸ ਮਿਨਿਸਟਰ ਨੇ ਜਿਹੜਾ ਪੇਸ਼ ਕੀਤਾ ਗਿਆ ਆ ਉਹ ਤਾਂ ਹੀ ਚੰਗਾ ਲੱਗਦਾ ਹੈ ਕਿ ਜੇ ਪਿਛਲੇ ਸਮੇਂ ਦੇ ਵਿੱਚ ਕੋਈ ਚੰਗੇ ਕੰਮ ਕੀਤੇ ਹੋਣਗੇ। ਤੁਸੀਂ ਦੇਖੋ ਸਾਰੇ ਪਬਲਿਕ ਸੈਕਟਰ ਯੂਨਿਟ ਵਿਕ ਗਏ, ਰੇਲ ਵਿਕ ਗਈ, ਹਵਾਈ ਜਹਾਜ਼ ਵਿਕ ਗਏ, ਪੋਰਟ ਬੰਦਰਗਾਹਾਂ ਵਿਕ ਗਈਆਂ, ਰਿਜ਼ਰਵ ਬੈਂਕ ਦਾ ਜਿਹੜਾ ਰਿਜ਼ਰਵ ਸੀ ਉਹ ਖਤਮ ਹੋ ਗਿਆ, ਤੇਲ ਸਭ ਤੋਂ ਮਹਿੰਗਾ ਇਸ ਵੇਲੇ, ਪੈਟਰੋਲ ਡੀਜ਼ਲ, ਗੈਸ ਮਹਿੰਗੀ, ਤੇਲ ਫਿਰ ਵਧਾ ਦਿੱਤਾ ਗਿਆ, ਐਗਰੀਕਲਚਰ ਦਾ ਸੈਸ ਦੇ ਐਗਰੀਕਲਚਰ ਦੇ ਨਾਂ 'ਤੇ ਸੈਸ ਲਾ ਦਿੱਤਾ ਗਿਆ। ਸੋ ਜਿਹੜੀ ਸਰਕਾਰ 23 ਦੇ ਕਰੀਬ ਪਬਲਿਕ ਸੈਕਟਰ ਵੇਚ ਚੁੱਕੀ ਹੈ, ਪਬਲਿਕ ਸੈਕਟਰ ਯੂਨਿਟ, ਅਤੇ ਉਹ ਸਰਕਾਰ ਤੁਸੀਂ ਦੇਖੋ ਕਿ ਕਿਵੇਂ ਆਪਾਂ ਕਹਿ ਸਕਦੇ ਚੰਗਾ ਬਜਟ ਦੇ ਸਕਦੀ ਹੈ। ਅੱਜ ਡਾਲਰ ਜਿਹੜਾ ਆ ਸਭ ਤੋਂ ਮਹਿੰਗਾ ਹੈਗਾ ਆ। ਸੋ ਮਹਿੰਗਾਈ ਦੀ ਮਾਰ ਬਹੁਤ ਬੁਰੀ ਤਰ੍ਹਾਂ ਲੋਕਾਂ 'ਤੇ ਪਈ ਆ, ਬੋਝ ਪਿਆ ਆ, ਔਰ ਸਰਕਾਰ ਨੇ ਸਿਰਫ ਇੱਕ ਜਿਹੜਾ ਕਿ ਇਹਨਾਂ ਦਾ ਬਣਦਾ ਹੁੰਦਾ ਕਿ ਸਾਲ ਦਾ ਲੇਖਾ ਜੋਖਾ ਦੇਣਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਵਾਂਗੇ, ਉੱਤੇ ਸਰਕਾਰ ਬੜੀ ਬੁਰੀ ਤਰ੍ਹਾਂ ਫੇਲ ਹੋਈ ਆ। ਇਹ ਜਿਹੜਾ ਬਜਟ ਹੈ ਇਹ ਮੈਂ ਇਹਨੂੰ ਗਿਣਾਂਗਾ ਕਿ ਇਹ ਫੇਲ ਬਜਟ ਹੈ। ਸਭ ਤੋਂ ਵੱਡੀ ਗੱਲ ਸਾਡਾ ਅੰਨਦਾਤਾ ਜਿਹੜਾ ਆ ਉਹ ਸੜਕਾਂ 'ਤੇ ਬੈਠਾ ਆ ਔਰ ਉਹਦੇ ਬਜਟ ਦਾ ਮਾਇਨੇ ਕੋਈ ਨਹੀਂ ਰਹਿੰਦੇ ਜਿਸ ਦੇਸ਼ ਦਾ ਅੰਨਦਾਤਾ ਜਿਹੜਾ ਸਭਨਾਂ ਨੂੰ ਭੋਜਨ ਦਿੰਦਾ ਆ, ਐਨਰਜੀ ਦਿੰਦਾ ਆ, ਉਹ ਖੁਦ ਸੜਕ ਦੇ ਉੱਤੇ ਬੈਠਾ ਹੋਵੇ। ਉਧਰ ਬਜਟ ਪੇਸ਼ ਹੋਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵੱਲੋਂ ਦਿੱਲੀ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਗਈ ਹੈ। ਬਜਟ ਦੇ ਉੱਤੇ ਕਾਂਗਰਸ ਨੇ ਇਸ ਬਜਟ ਨੂੰ ਧੋਖਾ ਕਰਾਰ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਆਗੂ ਸੁਰਜੇਵਾਲ ਦੇ ਸਮੇਤ ਹੋਰ ਕਈ ਸੀਨੀਅਰ ਆਗੂ ਇਸ ਮੌਕੇ ਦੇ ਉੱਤੇ ਮੌਜੂਦ ਰਹੇ ਨੇ, ਜਿਨ੍ਹਾਂ ਨੇ ਇਸ ਪੂਰੇ ਬਜਟ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ये बजट का सार है धोखा, ये धोखे पर आधारित है। और जैसा उन्होंने विनिवेश के बारे में चर्चा करते हुए कहा, इसके बारे में केवल 2 लाइन में कहा जा सकता है कि बेच खाएंगे सब कुछ और छोड़ेंगे नहीं अब कुछ। ये है इस बजट का सार। इस बजट ने गरीब को धोखा दिया, नौकरी पेशा लोगों को धोखा दिया, मजदूर किसान छोटे उद्योग को धोखा दिया और उन सांसदों को भी धोखा दिया जो वित्त मंत्री के बजटीय भाषण को सुन रहे थे। जो चीजें देश की सुरक्षा और अस्मिता के लिए आवश्यक थी, उनकी चर्चा तक वित्त मंत्री ने नहीं की। उदाहरण के तौर पर आपने देश की राष्ट्रीय सुरक्षा से जुड़े डिफेंस बजट के बारे में कहा। डिफेंस बजट में एक फूटी कोड़ी भी
नहीं बढ़ाई गई। ऐसे समय में जब चीन हमारी सरजमी पर कब्जा किए है, रक्षा बजट की चर्चा तक ना करना इस देश की सरकार की प्राथमिकता या उसकी कमी की ओर इशारा करता है। स्वास्थ्य, जो दूसरा सबसे महत्वपूर्ण पहलू कोरोना काल में है, वो भी धोखे पर आधारित है। और उसके आंकड़े चिदम्बरम साहब ने दिए कि अगर फाइनेंस कमीशन और कॉस्ट ऑफ वैक्सीनेशन को निकाल दिया जाए तो यहां तक कि ड्रिंकिंग वाटर और सैनिटेशन का बजट भी स्वास्थ्य के अंदर जोड़कर एक आंकड़ों की फेल जादूगर की मायावी जादूगरी पेश करने का एक फेल कोशिश की गई। ਤੇ ਉਧਰ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਿਆਸੀ ਬੁੱਕਲ ਦੇ ਵਿੱਚ ਵੀ ਭਾਜਪਾ ਆ ਚੁੱਕੀ ਹੈ, ਕਿਉਂਕਿ ਲਗਾਤਾਰ ਸਿਆਸੀ ਲੋਕਾਂ ਦੇ ਵੱਲੋਂ ਇਸ ਬਜਟ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਬਿਆਨ ਨੇ। ਇਸ ਦੇ ਉੱਤੇ ਭਗਵੰਤ ਮਾਨ ਨੇ ਕੱਲੀਆਂ ਪਰਤਾਂ ਖੋਲੀਆਂ ਨੇ। ਕੁਝ ਅਜਿਹੀਆਂ ਪਰਤਾਂ ਨੇ ਜੋ ਭਗਵੰਤ ਮਾਨ ਨੇ ਖੋਲੀਆਂ ਨੇ ਜੋ ਹੈਰਾਨ ਕਰ ਰਹੀਆਂ ਨੇ। ਭਗਵੰਤ ਮਾਨ ਨੇ 2 ਅਜਿਹੇ ਕਾਨੂੰਨਾਂ ਨੂੰ ਲੈ ਕੇ ਵੀ ਗੱਲ ਕੀਤੀ ਹੈ ਜਿਨ੍ਹਾਂ ਕਾਨੂੰਨਾਂ ਦੇ ਉੱਤੇ ਲਗਾਤਾਰ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਵੀ ਰੇੜਕਾ ਬਰਕਰਾਰ ਹੈ। ਇਸ ਦੇ ਉੱਤੇ ਭਗਵੰਤ ਮਾਨ ਨੇ ਕੀ ਖੁਲਾਸੇ ਕੀਤੇ ਨੇ ਉਹ ਸੁਣਦੇ ਹਾਂ। ਅੱਜ ਵੀਡੀਓ ਰਾਹੀਂ ਦੱਸਣ ਲੱਗਿਆ, ਇਹ ਲਿਸਟ ਆਫ ਬਿਜ਼ਨਸ ਹੈ ਕਿ ਜਿਹੜੇ ਬਿੱਲ ਇਸ ਵਾਰ ਬਜਟ ਸੈਸ਼ਨ ਦੇ ਵਿੱਚ ਪੇਸ਼ ਕੀਤੇ ਜਾਣਗੇ। ਆ ਜਿਹੜੇ 2 ਹਰੇ ਰੰਗ ਦੇ ਮੈਂ ਜਿਹੜੇ ਹਾਈਲਾਈਟ ਕੀਤੇ ਆ, ਟੋਟਲ 30 ਬਿੱਲ ਪੇਸ਼ ਕੀਤੇ ਜਾਣਗੇ। ਇਹ ਚੋਂ ਪਹਿਲਾ ਬਿੱਲ ਉਹੀ ਹੈ ਜਿਹੜਾ ਪਰਾਲੀ ਵਾਲਾ, ਤੇ 29ਵਾਂ ਬਿੱਲ ਉਹ ਹੈ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2021। ਮਤਲਬ ਇਹ ਉਹੀ 2 ਬਿੱਲ ਨੇ ਜਿਨ੍ਹਾਂ ਬਾਰੇ ਕਿਸਾਨਾਂ ਨਾਲ ਇਹ ਗੱਲ ਕੀਤੀ ਸੀ ਕਿ ਨਹੀਂ ਪੇਸ਼ ਕਰਾਂਗੇ। ਪਰ ਆ ਲਿਸਟ ਆਫ ਬਿਜ਼ਨਸ ਜਿਹੜੀ ਹੈ ਇਸ ਬਜਟ ਸੈਸ਼ਨ ਦੀ, ਉਹਦੇ ਵਿੱਚ ਇਹ ਦੋਨੋਂ ਬਿੱਲ ਆ ਰਹੇ ਨੇ। ਇੱਕ ਪਹਿਲੇ ਨੰਬਰ ਤੇ ਹੈ, ਇੱਕ 29ਵੇਂ ਨੰਬਰ ਤੇ ਹੈ। ਮੇਰਾ ਫਰਜ਼ ਬਣਦਾ ਹੈ ਕਿ ਮੈਂ ਲੋਕਾਂ ਨੂੰ ਦੱਸਾਂ ਇਹ ਅੰਦੋਲਨ ਖਤਮ ਨਹੀਂ ਹੋਇਆ। ਇਹ ਕੁਛ ਜੋ ਇਹਦੇ ਵਿੱਚ ਅੰਦੋਲਨ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਤੋਂ ਘਬਰਾਉਣਾ ਨਹੀਂ। ਪਹੁੰਚੋ, ਜਿੱਥੇ ਵੀ ਜਾ ਸਕਦੇ ਹੋ, ਅੰਦੋਲਨ ਦਾ ਸਾਥ ਦਿਓ, ਜਿਵੇਂ ਵੀ ਦੇ ਸਕਦੇ ਹੋ ਅੰਦੋਲਨ ਦਾ ਸਾਥ ਦਿਓ। ਅਸੀਂ ਵੀ ਅੰਦਰ ਜਾ ਕੇ ਇਹ ਗੱਲ ਕਰਨੀ ਹੈ ਕਿ ਸਰਕਾਰ ਜਿਹੜੀ ਹੈ ਬਾਹਰ ਵਾਅਦਾ ਕੁਝ ਹੋਰ ਕਰਦੀ ਹੈ। 1 ਮਹੀਨਾ ਪਹਿਲਾਂ ਤੇ 1 ਮਹੀਨੇ ਬਾਅਦ ਲਿਸਟ ਆਫ ਬਿਜ਼ਨਸ ਆਉਂਦੇ ਆ, ਤਾਂ ਦੋਨੋਂ ਬਿੱਲ ਪਰਾਲੀ ਵਾਲਾ ਤੇ ਬਿਜਲੀ ਵਾਲਾ ਇਹ ਜਿਹੜੇ ਨੇ ਇਹ ਇਸ ਸੈਸ਼ਨ ਦੇ ਵਿੱਚ ਲੈ ਕੇ ਆਉਣਗੇ। ਉਧਰ ਵਿੱਤੀ ਸਾਲ 2021 ਅਤੇ 22 ਦੇ ਬਜਟ ਦੇ ਉੱਤੇ ਵੱਖ-ਵੱਖ ਸਿਆਸੀ ਪ੍ਰਤੀਕਰਮ ਨੇ। ਕੀ ਕੁਝ ਕਹਿ ਰਹੇ ਨੇ ਸਿਆਸੀ ਆਗੂ ਇਸ ਬਜਟ ਦੇ ਉੱਤੇ, ਉਹ ਸੁਣਦੇ ਹਾਂ। ਦੇਸ਼ ਜਨਰਲ ਬਜਟ ਜਿਹੜਾ ਬੜਾ ਨਿਰਾਸ਼ਾਜਨਕ ਆ, ਖਾਸ ਤੌਰ ਤੇ ਪੰਜਾਬ ਨੂੰ ਅਣਗੌਲਿਆ ਕਰਨਾ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿਸਾਨੀ ਸੰਘਰਸ਼ ਕੋਈ ਬਦਲਾ ਲਊ ਨੀਤੀ ਦੇ ਤਹਿਤ ਆ। 1,18,000 ਕਰੋੜ ਦੇ ਸੜਕੀ ਪ੍ਰੋਜੈਕਟਾਂ ਵਿੱਚੋਂ ਪੰਜਾਬ ਨੂੰ ਨਾਮਾਤਰ ਹਿੱਸਾ ਹੀ ਦੇਣਾ, ਕਰੋੜਾਂ ਰੁਪਏ ਦੇ ਰੇਲ ਦੇ ਬਜਟਾਂ ਵਿੱਚੋਂ ਪੰਜਾਬ ਛੱਡ ਹੀ ਦੇਣਾ, ਹੈਲਥ ਤੇ ਐਜੂਕੇਸ਼ਨ ਸਰਵਿਸਿਜ਼ ਦੇ ਜਿਹੜੇ ਪੈਸੇ ਨੇ ਉਹ ਵੀ ਕੋਈ ਪੰਜਾਬ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਔਰ ਜਿਸ ਤਰੀਕੇ ਦਾ ਮੈਂ ਸਮਝਦਾ MSP ਜਿਹੜੀ ਆ ਉਹ 22 ਹੋਰ ਫਸਲਾਂ ਤੇ ਲਾਤੀ। ਪਹਿਲੀਆਂ 22 ਫਸਲਾਂ ਤੇ ਤਾਂ MSP ਤੇ ਖਰੀਦੀਆਂ ਨਹੀਂ ਜਾ ਰਹੀਆਂ, ਤੇ ਹੋਰ 22 ਫਸਲਾਂ ਪਾਉਣ ਦਾ ਕੋਈ ਲਾਹਾ ਲੱਗਣ ਦੇ ਚਾਂਸਸ ਨਹੀਂ, ਬਲਕਿ MSP ਨੂੰ ਕਾਨੂੰਨੀ ਮਾਨਤਾ ਦੇਣ ਦੀ ਲੋੜ ਆ। MSP ਤੇ ਖਰੀਦ ਜਿਹੜੀ ਯਕੀਨੀ ਬਣਾਉਣ ਦੀ ਲੋੜ ਆ। ਫਿਰ 1.5 ਗੁਣਾ ਲਾਗਤ ਤੋਂ ਭਾਅ ਦੇਣ ਦੀ ਗੱਲ ਜਿਹੜੀ ਆ, C2 ਫਾਰਮੂਲਾ ਲਾਏ ਬਿਨਾ ਕਿਸਾਨ ਨੂੰ ਖੇਤੀ ਲਾਹੇਵੰਦ ਨਹੀਂ ਹੋ ਸਕਦੀ। ਕਿਸਾਨਾਂ ਦੀ ਦੁੱਗਣੀ ਆਮਦਨ ਕਰਨ ਦੀਆਂ ਗੱਲਾਂ ਕਰਨ ਵਾਲੀ ਕੇਂਦਰ ਸਰਕਾਰ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਿਸਾਨਾਂ ਦਾ ਲਾਭ ਦੁੱਗਣਾ ਕਰੇ, ਪ੍ਰੋਫਿਟ ਦੁੱਗਣਾ ਕਰੇ, ਆਮਦਨ ਤਾਂ ਦੁੱਗਣੀ ਹੋ ਜਾਏਗੀ। ਉਧਰ ਵਿੱਤੀ ਬਰੇ 2021 ਅਤੇ 22 ਦੇ ਬਜਟ ਤੋਂ ਸਿਆਸੀ ਤਰ੍ਹਾਂ ਖੁਸ਼ ਨਹੀਂ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇਸ ਬਜਟ ਸੈਸ਼ਨ ਦੇ ਵਿੱਚ ਆਮ ਲੋਕਾਂ ਦੇ ਲਈ ਕੁਝ ਵੀ ਖਾਸ ਨਹੀਂ ਹੈ। ਇਸ ਦੇ ਉੱਤੇ ਵੱਖੋ ਵੱਖਰੇ ਸਿਆਸੀ ਪ੍ਰਤੀਕਰਮ ਨੇ ਅਤੇ ਬਜਟ ਸੈਸ਼ਨ ਦੇ ਦੌਰਾਨ ਸਾਰੀਆਂ ਹੀ ਵਿਰੋਧੀ ਧਿਰਾਂ ਦੇ ਵੱਲੋਂ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਸਾਨੀ ਮਸਲਾ ਵੀ ਇਸ ਬਜਟ ਸੈਸ਼ਨ ਦੇ ਵਿੱਚ ਕਾਫੀ ਚਰਚਾਵਾਂ ਦਾ ਵਿਸ਼ਾ ਰਿਹਾ ਹੈ। ਇਸ ਦੇ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੇ ਵਿੱਚ ਕਾਂਗਰਸ ਦਾ ਵੱਡੇ ਆਗੂ ਮੌਜੂਦ ਰਹੇ ਨੇ। ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਵਿਰੋਧ ਕੀਤਾ ਗਿਆ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ। ਇਸ ਦੇ ਉੱਤੇ ਪਹਿਲਾਂ ਗੱਲਬਾਤ ਸੁਣਾਉਂਦੇ ਹਾਂ ਪ੍ਰਤਾਪ ਸਿੰਘ ਬਾਜਪਾ ਹੋਣਾ ਦੀ। ਪ੍ਰਤਾਪ ਬਾਜਪਾ ਨੇ ਵੀ बजट सेशन के उत्ते टिप्पणी की है कि कुछ कह रहे हैं प्रताप सिंह बाजवा, वो सुनते हैं। पहली बात तो पंजाब की नज़र से देखें तो पंजाब के लिए तो है ही कुछ नहीं, पंजाब के लिए इसमें कुछ भी नहीं, ना हमें कोई इंफ्रास्ट्रक्चर का इन्होंने प्रोजेक्ट दिया। ये तो बेसिकली अगर आप गंभीरता से विचारें, ये जो 5 सूबे इलेक्शन में जा रहे आते महीनों में, उसमें बंगाल है, उसमें तमिलनाडु है, उसमें केरला है, उसमें असम है, उन सूबों के लिए ये इलेक्शन मैनिफेस्टो आप समझ सकते हैं।
कई हज़ार करोड़ के प्रोजेक्ट इन सूबों को दिए हैं। वो भी ये नहीं मैं कह सकता कि अभी ऐलान ही हुआ है, वो पूरे जब तक इलेक्शन होगी उसके बाद पहुंचेंगे ये पैसे के नहीं पहुंचे, कि ऐलान के ऐलान ही रह जाएंगे। ये अक्सर होता रहा है कि ऐलान कर दिया, लोगों के वोट बटोर लिए, उसके बाद लोग बेचारे इंतज़ार में रह जाते हैं। जैसे 15 लाख कहा था आपके अकाउंट में आएगा, वोट ले लिए और उसके बाद कह दिए ये तो जुमला ही था। तो ये जुमला है कि उन स्टेट्स को भी कुछ आना है, ये तो टाइम बताएगा। मगर हमारी स्टेट्स जो है, पंजाब, हरियाणा है, उत्तराखंड है, ये जम्मू कश्मीर है, इस रीजन के लिए तो कुछ नहीं आया। और बड़ी अफसोस की बात कि जिस इन्होंने एक जिक्र तक भी नहीं किया, 150 से ज़्यादा किसान हमारे भाई और बच्चे हमारे पिछले 3 महीने से सर्दी में बैठे हुए दम तोड़ गए। वो किसानों के अंदोलन का जिक्र ही नहीं हुआ। ਉਧਰ ਕਈ सांसद इस बजट ਦੇ ਹੱਕ ਦੇ ਵਿੱਚ ਵੀ ਨੇ, ਜਿਸ ਨੂੰ ਲੈ ਕੇ ਨਵਰੀਤ ਕੌਰ जो कि आजाद सांसद है, उसके ਵੱਲੋਂ इस बजट ਨੂੰ उम्मीद तो ਵਧੀਆ ਦੱਸਿਆ ਜਾ ਰਿਹਾ। मुझे लगता है कि जो हिसाब से हमने सोचा था कि इस वर्ष में सिर्फ 2 ही सेक्टर को ज़्यादा फोकस किया जाएगा, एक तो एग्रीकल्चर सेक्टर को ज़्यादा फोकस किया जाएगा और दूसरा हेल्थ पे, दोनों चीज़ों को फोकस किया जाएगा। पर उसके अलावा भी हेल्थ सेक्टर को हेल्थ यूनिट बनाए हैं 17, उसके साथ कई हॉस्पिटल्स बनाए गए हैं, उसके बाद इमरजेंसी सेंटर यूनिट्स भी बनाए गए हैं। इस पे ध्यान किया गया और एक पर्टिकुलर बजट देश के ऐसे आने वाले समय में कोई पैंडेमिक अगर आता है तो उस पे हम कैसे मात दे पाएंगे, उसके लिए भी एक अलग प्रोविज़न, एक बजट, एक बड़ा अमाउंट उसको सेव किया गया है। उसके बाद एग्रीकल्चर सेक्टर में अगर हम बात करते हैं तो जो हम पहले बहुत सालों से मांग कर रहे हैं कि बुआई से लेके कटाई तक जो लागवण होती है, हमारी जो लागत होती है, उससे 1.5 गुना ज़्यादा हमें हमारे किसानों को मिलना चाहिए। तो उस पर इम्प्लीमेशन करते हुए 1.5 गुना ये किसानों को मिलेगा। बहुत बड़ी राहत ये किसानों के लिए है। APMC को ग्रांट मिलेगी। ਉਧਰ 26 ਜਨਵਰੀ ਦੀ ਘਟਨਾ ਦੇ ਦਰਮਿਆਨ ਕਈ ਅਜਿਹੇ ਪੰਜਾਬ ਦੇ ਨੌਜਵਾਨ ਨੇ ਜੋ ਹੁਣ ਲਾਪਤਾ ਦੱਸੇ ਜਾ ਰਹੇ ਨੇ ਅਤੇ ਕਈਆਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਦੱਸਿਆ ਜਾ ਰਿਹਾ, ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਇੱਕ ਵਫਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ। ਦੱਸ ਦਈਏ ਕਿ ਇਸ ਦੇ ਵਿੱਚ ਪੰਜਾਬ ਦੇ ਕਈ ਵੱਡੇ ਮੰਤਰੀ ਮੌਜੂਦ ਹੋਣਗੇ, ਜਿਨ੍ਹਾਂ ਦੇ ਵਿੱਚ ਮੰਤਰੀ ਸੁਖਜਿੰਦਰ ਰੰਧਾਵਾ, ਸੁਖ ਸਰਕਾਰੀਆ ਸਮੇਤ ਰਾਜਕੁਮਾਰ ਛੱਬੇਵਾਲ ਹੋਣਗੇ, ਜਿਨ੍ਹਾਂ ਦੇ ਵੱਲੋਂ ਬਜਟ ਪੇਸ਼ ਹੋਣ ਤੋਂ ਬਾਅਦ ਗੱਲਬਾਤ ਦੇਸ਼ ਦੇ ਗ੍ਰਹਿ ਮੰਤਰੀ ਨਾਲ ਕੀਤੀ ਜਾਣੀ ਹੈ ਤੇ ਇਹਨਾਂ ਨੌਜਵਾਨਾਂ ਦੀ ਲਿਸਟ ਮੰਗੀ ਜਾਣੀ ਹੈ ਜੋ ਨੌਜਵਾਨ ਹੁਣ ਤੱਕ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ। ਦੱਸਦੀ ਕਿ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਹਰ ਇੱਕ ਗੱਲ ਦੇ ਉੱਤੇ ਅਮਿਤ ਸ਼ਾਹ ਦੇ ਨਾਲ ਗੱਲਬਾਤ ਇਸ ਦੌਰਾਨ ਕਰਾਂਗੇ। ਇਸ ਨੂੰ ਲੈ ਕੇ ਖਾਸ ਤੌਰ ਤੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ। ਅੱਜ ਅਸੀਂ ਸਰਕਾਰੀਆ ਸਾਹਿਬ, ਮੈਂ ਔਰ ਛੱਬੇਵਾਲ ਸਾਹਿਬ, ਹੋਮ ਮਿਨਿਸਟਰ ਨੂੰ, ਸਾਡੇ ਨਾਲ ਮਨੀਸ਼ ਤਿਵਾੜੀ ਜੀ MP, ਉਹ ਇਕੱਠੇ ਆਪਾਂ ਜਾ ਕੇ ਮਿਲ ਕੇ ਆਏ ਹਾਂ ਔਰ ਉਹਨਾਂ ਨਾਲ ਗੱਲ ਕੀਤੀ ਕਿ ਜਿਹੜੇ ਮਿਸਿੰਗ ਨੇ ਜਾਂ ਪਤਾ ਨਹੀਂ ਚੱਲ ਰਿਹਾ, ਉਹਨਾਂ ਦੀ ਇਮੀਡੀਏਟਲੀ ਸਾਨੂੰ ਲਿਸਟ ਪ੍ਰੋਵਾਈਡ ਕਰਵਾਈ ਜਾਏ। ਉਹਨਾਂ ਨੇ ਉਸੇ ਟਾਈਮ ਹੀ ਕਹਿ ਕੇ ਔਰ ਇਹ ਵੈਬਸਾਈਟ ਦੇ ਉੱਤੇ ਪੂਰੀ ਦੀ ਪੂਰੀ ਜਿੰਨੇ ਉਹਨਾਂ ਦੇ ਕੋਲ ਨੇ ਪੁਲਿਸ ਕਸਟਡੀ 'ਚ ਨੇ ਜਾਂ ਜੁਡੀਸ਼ੀਅਲ ਰਿਮਾਂਡ 'ਚ ਨੇ ਜਾਂ ਜੇਲ੍ਹ 'ਚ ਨੇ, ਉਹਨਾਂ ਦੀ ਪੂਰੀ ਵੈਬਸਾਈਟ 'ਤੇ ਤੁਸੀਂ ਦੇਖ ਸਕਦੇ ਹੋ। ਉਹਨਾਂ ਨੇ ਉਹਨੂੰ ਰਿਲੀਜ਼ ਕਰ ਦਿੱਤਾ ਗਿਆ। ਨਾਲ ਉਹਨਾਂ ਨੂੰ ਕਿਹਾ ਕਿ ਇਹਨਾਂ ਜਿਹੜੇ ਕੋਈ ਆਏ ਨੇ, ਇਹਨਾਂ ਦੇ ਉੱਪਰ ਥੋੜ੍ਹਾ ਲੀਨੀਅੰਟ ਵਿਊ ਲਓ ਕਿ ਜਿਹੜੇ ਉੱਥੇ ਗਏ ਨੇ ਉਹਨਾਂ ਨੂੰ ਮਿਸਗਾਈਡ ਹੋ ਗਏ ਜਾਂ ਕਿਵੇਂ ਹੋਏ, ਇਹਨਾਂ ਬਾਰੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਵਿਚਾਰ ਕਰਾਂਗੇ ਔਰ ਜਲਦੀ ਤੁਹਾਨੂੰ ਇਹਦੇ ਬਾਰੇ ਦੱਸ ਦਿਆਂਗੇ। ਪਰ ਨਾਲ ਦੀ ਨਾਲ ਸਾਡੀ ਪਾਰਟੀ ਨੇ ਔਰ ਸਾਡੀ ਗਵਰਨਮੈਂਟ ਨੇ 40 ਐਡਵੋਕੇਟਸ, ਜਿਹੜੇ ਤੁਸੀਂ ਦੇਖ ਹੀ ਰਹੇ ਹੋ ਬਾਹਰ ਵੀ ਖੜੇ ਨੇ, 40 ਐਡਵੋਕੇਟਸ ਦੀ ਇੱਕ ਟੀਮ ਬਣਾ ਦਿੱਤੀ ਹੈ ਜਿਹੜੀ ਉਹਨਾਂ ਸਾਰਿਆਂ ਦੇ ਕੇਸ ਉਹ ਲੜੇਗੀ ਔਰ ਗਵਰਨਮੈਂਟ ਜਿਹੜੀ ਉਹਦਾ ਸਾਰਾ ਧਿਆਨ ਰੱਖੇਗੀ। ਔਰ ਇਹ ਜੀ ਅਸੀਂ ਕੀਤਾ। ਨਾਲ ਹੀ ਉਹਨਾਂ ਨੂੰ ਕਿਹਾ ਕਿ ਜਿਹੜੇ ਕਿਸਾਨ ਇੱਥੇ ਬੈਠੇ ਨੇ ਉਹਨਾਂ ਦੇ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਏ ਔਰ ਉਹਨਾਂ ਨੂੰ ਦੱਸਿਆ ਜਾਏ ਕਿ ਤੁਸੀਂ ਆਹ ਕਰ ਸਕਦੇ, ਆਹ ਨਹੀਂ ਕਰ ਸਕਦੇ, ਇਹਦਾ ਸਾਰਿਆਂ ਨੂੰ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਔਰ ਜਿਸ ਦਿਨ ਵੀ ਉਹ ਗੱਲ ਕਰਨਗੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਇਹ ਉਹਨਾਂ ਨਾਲ ਅੱਜ ਸਾਰੀਆਂ ਗੱਲਾਂ ਕੋਈ ਅੱਧਾ ਘੰਟਾ ਸਾਡੀ ਉਹਨਾਂ ਨਾਲ ਮੀਟਿੰਗ ਜਿਹੜੀ ਆ ਉਹ ਚੱਲੀ ਆ ਅਤੇ ਉਹਦੇ 'ਚ ਉਹਨਾਂ ਨੇ ਬੜਾ ਪੋਜ਼ੀਟਿਵ ਸਾਨੂੰ ਕਿਹਾ ਕਿ ਸਾਡੀ ਗੌਰਮੈਂਟ ਦੀ ਕੋਈ ਮਨਸਾ ਨਹੀਂ ਕਿ ਅਸੀਂ ਟਕਰਾਅ ਪੈਦਾ ਕਰੀਏ, ਅਸੀਂ ਕੋਈ ਇਹੋ ਜਿਹੀ ਗੱਲ ਕਰੀਏ। ਕਹਿੰਦੇ ਉਸ ਦਿਨ ਵੀ ਜਿਹੜੀ ਹੋਈ ਹੈ ਕਿ ਸਾਡੀ ਜਿਹੜੀ ਪੁਲਿਸ ਆ ਉਹ ਆਪ ਪਿੱਛੇ ਹਟਦੀ ਰਹੀ ਹੈ। ਅਸੀਂ ਕਿਸਾਨਾਂ ਦੇ ਉੱਤੇ ਨਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਰੋਕਣ ਦੀ ਕੋਸ਼ਿਸ਼ ਕੀਤੀ। ਉਧਰ ਪੰਜਾਬ ਦੇ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਵਰਿੰਦਰ ਢਿੱਲੋਂ ਨੇ ਐਲਾਨ ਕੀਤਾ ਹੈ ਕਿ 9 ਫਰਵਰੀ ਨੂੰ ਹੁਣ ਉਹਨਾਂ ਦੇ ਵੱਲੋਂ
ਸੰਸਦ ਦਾ ਘਿਰਾਓ ਕੀਤਾ ਜਾਣਾ ਹੈ। ਦੱਸਦੀ ਕਿ ਵਰਿੰਦਰ ਢਿੱਲੋਂ ਨੇ ਵੀਡੀਓ ਜਾਰੀ ਕਰਦਿਆਂ ਬਿਆਨ ਦਿੱਤਾ ਹੈ ਕਿ ਕੁਝ ਖਾਸ ਕਿਹਾ ਹੈ ਵਰਿੰਦਰ ਢਿੱਲੋਂ ਨੇ, ਉਹ ਸੁਣਦੇ ਹਾਂ। 9 ਫਰਵਰੀ ਨੂੰ ਸੰਸਦ ਦਾ ਘਿਰਾਵ ਪੰਜਾਬ ਯੂਥ ਕਾਂਗਰਸ ਔਰ ਨਾਲ ਇੰਡੀਅਨ ਯੂਥ ਕਾਂਗਰਸ ਤੋਂ ਸਾਰੀਆਂ ਸਟੇਟਾਂ ਤੋਂ ਨੌਜਵਾਨ ਸੱਦੇ ਜਾ ਰਹੇ ਆ, ਤਾਂ ਕਿ ਜਿਹੜੀਆਂ ਹੋ ਰਹੀਆਂ ਤਸ਼ੱਦਦਾਂ, ਜਿਹੜੇ ਹੋ ਰਹੇ ਜ਼ੁਲਮ ਔਰ ਜਿਹੜੀਆਂ ਹੋ ਰਹੀਆਂ ਇਹਨਾਂ ਦੀਆਂ ਵਾਧੇ ਆ ਹਿੰਦੁਸਤਾਨ ਸਰਕਾਰ ਵੱਲੋਂ ਆਪਣੇ ਪੰਜਾਬ ਦੇ ਕਿਸਾਨਾਂ ਦੇ ਉੱਤੇ, ਹਰਿਆਣੇ ਦੇ ਕਿਸਾਨਾਂ ਦੇ ਉੱਤੇ, ਜਿਹੜੇ ਆਪਣਾ ਕੀ ਕਹਿੰਦੇ ਯੂਪੀ ਦੇ ਕਿਸਾਨਾਂ ਦੇ ਉੱਤੇ, ਜਿੱਥੇ ਜਿੱਥੇ ਕਿਸਾਨ ਬੈਠਾ ਵਾ, ਜਿਸ ਤਰੀਕੇ ਨਾਲ ਇਹ ਤਸ਼ੱਦਦਾਂ ਕਰ ਰਹੇ ਆ, ਜਿਸ ਤਰੀਕੇ ਨਾਲ ਇਹ ਵਾਅਦੇ ਕਰ ਰਹੇ ਆ ਔਰ ਜਿਸ ਤਰੀਕੇ ਨਾਲ ਇਹਨੂੰ ਕੌਮੀ ਰੰਗਤ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਇਹਨੂੰ ਕਿਸਾਨਾਂ ਦੇ ਪ੍ਰੋਟੈਸਟ ਨੂੰ ਕਈ ਹੋਰ ਰੰਗਾਂ ਦੇ ਵਿੱਚ ਰੰਗਣਾ ਚਾਹ ਰਹੇ ਆ, ਉਹ ਸਾਰਿਆਂ ਦੀ ਆਵਾਜ਼ ਹਿੰਦੁਸਤਾਨ ਦੇ ਪਾਰਲੀਮੈਂਟ ਦੀ ਸੜਕਾਂ ਦੇ ਬਾਹਰ ਗੂੰਜੇਗੀ। ਔਰ ਪੰਜਾਬ ਯੂਥ ਕਾਂਗਰਸ ਔਰ ਹਿੰਦੁਸਤਾਨ ਯੂਥ ਕਾਂਗਰਸ ਉਹ ਆਵਾਜ਼ ਜਿਹੜੀ ਆ, ਉਹ ਹਿੰਦੁਸਤਾਨ ਯੂਥ ਕਾਂਗਰਸ, ਪੰਜਾਬ ਯੂਥ ਕਾਂਗਰਸ ਜਾ ਕੇ ਆਵਾਜ਼ ਦੀ ਪੂਰੇ ਬੁਲੰਦ ਆਵਾਜ਼ ਨੂੰ ਉੱਥੇ ਗਰਜਾਂਗੇ, ਉੱਥੇ ਧਰਨਾ ਮਾਰਾਂਗੇ ਔਰ ਇਸ ਸਰਕਾਰ ਨੂੰ ਦੁਬਾਰਾ ਜਗਾਵਾਂਗੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਾ ਹੀ, ਫਿਰ ਮੁੜ ਹਾਜ਼ਰ ਹੋਣੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।